ਪਿਛਲੇ ਦਿਨੀਂ ਮਿਲਾਨ ਤੋਂ ਅੰਮ੍ਰਿਤਸਰ ਆਈ ਏਅਰਲਾਈਨਜ਼ ਵਿੱਚ 160 ਵਿੱਚੋਂ 125 ਵਿਅਕਤੀ ਕੋਰੋਨਾ ਪੋਜ਼ੀਟਿਵ ਪਾਏ ਗਏ ਸਨ। यात्रियों ने उस वेले खूब हंगामा इसमें किया टोटल सी। नंबर ऑफ पैसेंजर्स 179 थे, जिसमें चाइल्ड और इन्फेंट्स को एग्जेम्प्ट करने के बाद जो कैटेगरी होती है 160 लोगों का टेस्ट किया गया और 160 लोगों में 125 गॉट पॉजिटिव। ਯਾਤਰੀਆਂ ਦੇ ਹੰਗਾਮੇ ਤੋਂ ਬਾਅਦ ਉਹਨਾਂ ਦੀ ਮੰਗ ਮੰਨ ਲਈ ਗਈ ਅਤੇ ਕਿਸੇ ਹੋਰ ਲੈਬੋਰਟਰੀ ਤੋਂ ਕਰੋਨਾ ਦੇ ਟੈਸਟ ਕਰਵਾਏ ਗਏ, ਜਿਸ ਵਿੱਚ ਪਿਛਲੀਆਂ ਸਾਰੀਆਂ ਰਿਪੋਰਟਾਂ ਰੱਦ ਹੋ ਗਈਆਂ। ਬਸ ਚੁਣਿੰਦਾ ਹੀ ਵਿਅਕਤੀ ਕਰੋਨਾ ਪੋਜ਼ੀਟਿਵ ਸਨ। ਇਸ ਖੱਜਲ ਖੁਆਰੀ ਨੇ ਆਉਣ ਵਾਲੇ ਯਾਤਰੀਆਂ ਦਾ ਅਣਮੁੱਲਾ ਸਮਾਂ ਖਰਾਬ ਕੀਤਾ। ਸਜ਼ਾ ਵਜੋਂ ਸਿਰਫ ਉਸ ਲੈਬੋਰਟਰੀ ਦਾ ਲਾਇਸੈਂਸ ਕੈਂਸਲ ਕੀਤਾ ਗਿਆ। ਇਹੋ ਜਿਹੀਆਂ ਅਣਗਹਿਲੀਆਂ ਵਿਦੇਸ਼ਾਂ ਵਿੱਚ ਵਸ ਰਹੇ ਭਾਰਤੀਆਂ ਦਾ ਮਨੋਬਲ ਤੋੜਦੀਆਂ ਹਨ ਅਤੇ ਇੱਥੋਂ ਦੇ ਸਿਸਟਮ ਨੂੰ ਨਕਾਰਾ ਕਹਿ ਕੁਝ ਨਕਾਰਾਤਮਕਤਾ ਜ਼ਿਆਦਾ ਹੀ ਵਧਾ ਦਿੰਦੀਆਂ ਹਨ। ਅਗਲੀ ਵੱਡੀ ਖਬਰ, ਪੰਜਾਬ ਵਿੱਚ ਈਡੀ ਵੱਲੋਂ ਖਨਨ ਮਾਫੀਆ 'ਤੇ ਕਾਰਵਾਈ ਕੀਤੀ ਗਈ, ਜਿਸ ਵਿੱਚ ਈਡੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਭਾਣਜੇ ਦੇ ਘਰੋਂ 8 ਤੋਂ 9 ਕਰੋੜ ਦੇ ਕਰੀਬ ਨਗਦ ਰਾਸ਼ੀ ਬਰਾਮਦ ਕੀਤੀ ਗਈ। इस ते हुण जो राजनीति हो रही है सुनो। चन्नी साहब के घर, इनके रिश्तेदार के घर पे जो 10 करोड़ का कैश मिला जी, मैं आज चन्नी साहब से आपके माध्यम से पूछना चाहता हूं, ये पैसा किसका है? बताएं वो ये पैसा किसका है? ये पंजाबियों का पैसा है। लूटने की जिस स्पीड पे काम किया है, इतनी स्पीड में तो पिछले वालों को भी पीछे छोड़ दिया इन्होंने। 111 दिन के अंदर कैश ही कैश, कैश ही कैश, कैश ही कैश, गिननी मुश्किल हो गई वो ईडी वालों को। जैगुआर गाड़ियां, 56 करोड़ रुपए की फर्जी एंट्रियां, अभी तो गिन रहे हैं सर, अभी गिन रहे हैं और मिलेंगे अभी 111 दिन के अंदर। मैं ये पूछना चाहना केजरीवाल भी 200 करोड़ रुपए ਦੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਵੇ ਤੇਰੇ, ਕਿੱਥੇ ਤੇ ਆਇਆ? ਸਾਰੀਆਂ ਟੀਵੀ ਚੈਨਲਾਂ ਤੇ ਤੇਰੀ ਅੱਜ ਐਡ ਚੱਲ ਰਹੀ ਹੈ। ਸਰਕਾਰ ਚਲਾ ਨਹੀਂ ਸਕਦੀ ਕਿਉਂਕਿ ਇਲੈਕਸ਼ਨ ਕੋਡ ਲੱਗਿਆ ਵਾ, ਤੇਰੀ ਸਰਕਾਰ ਪੈਸਾ ਨਹੀਂ ਦੇ ਸਕਦੀ ਦਿੱਲੀ ਦੀ। ਇਹ ਪੈਸਾ ਕਿੱਥੇ ਤੇ ਆ ਰਿਹਾ? ਕਿੰਨਾ ਪੈਸਾ ਤੇਰੇ ਕੋਲ? ਕਿੱਥੇ ਤੇ ਆ ਰਹੇ ਤੇਰੇ ਪੈਸੇ? ਕਿੱਥੇ ਦੇ ਤੇਰੇ ਹੋਰਡਿੰਗ ਲੱਗ ਰਹੇ? ਕਿੱਥੇ ਦੇ ਪ੍ਰਚਾਰ ਚੱਲ ਰਿਹਾ? ਸਾਡੇ ਪੰਜਾਬ ਦੇ ਜਿਹੜਿਆਂ ਨੂੰ ਤੈਂ ਉਹ ਦਿੱਤੀ ਹੈ, ਟਿਕਟ ਦਿੱਤੀ, ਉਹ ਤਾਂ ਖਰਚਾ ਨਹੀਂ ਕਰ ਰਿਹਾ ਜੀ। ਸ਼ਾਇਦ ਉਹਨਾਂ ਪਾਸ ਇੰਨਾ ਹੋਵੇ ਵੀ ਨਾ ਤੇਰੇ ਜਿੰਨਾ, ਲੇਕਿਨ ਤੁਸੀਂ ਕਿੱਥੇ ਤੇ ਲਿਆ ਰਹੇ ਹੋ? ਇਸ ਗੱਲ ਦਾ ਕੋਈ ਜਵਾਬ ਹੈ? 200 ਕਰੋੜ ਰੁਪਏ ਦੇ ਹੋਰਡਿੰਗ ਲੱਗੇ ਹੋਏ ਪੰਜਾਬ ਦੇ ਵਿੱਚ, ਤੁਸੀਂ ਦੇਖੋ ਸਾਰੇ ਟੀਵੀ ਚੈਨਲਾਂ ਤੇ ਐਡ ਚੱਲ ਰਹੀ ਹੈ। ਇਸ ਵਾਰ ਕੇਜਰੀਵਾਲ ਕੇ ਕਿਆ ਕਿਆ ਗੱਲਾਂ ਲਿਖ ਕੇ ਪਾ ਰਿਹਾ ਜਾਂ ਸਟੋਰੀਆਂ ਪਾ ਰਿਹਾ, ਇਹ ਕਿੱਥੇ ਤੇ ਆ ਰਿਹਾ ਪੈਸਾ? ਗੋਆ ਦੇ ਵਿੱਚ ਇਹਦੇ ਸਭ ਜਗ੍ਹਾ ਉਹ ਲੱਗੇ ਹੋਏ ਆ ਬੈਨਰ। ਐਤਕੀ ਵਾਰ ਕੇਜਰੀਵਾਲ ਕਿੱਥੇ ਤੇ ਆ ਰਹੇ? ਉੱਤਰਾਖੰਡ 'ਚ ਲੱਗੇ ਹੋਏ, ਕਿੱਥੇ ਤੇ ਆ ਰਹੇ ਪੈਸੇ? ਮੈਂ ਤਾਂ ਆਪਣੇ ਘਰ ਦੇ ਮੂਹਰੇ ਨਹੀਂ ਲਾ ਸਕਿਆ। ਇਹ ਕੋਈ ਨਵੀਂ ਗੱਲ ਨਹੀਂ, ਅੱਜ ਦਿਖਾਉਣ ਵਾਸਤੇ ਨਹੀਂ ਹੈ। ਇਹ ਮੇਰਾ ਦਫ਼ਤਰ ਹੈ, ਅਜੇ ਤੱਕ ਹੋਰਡਿੰਗ ਨਹੀਂ ਲੱਗਿਆ ਬਾਹਰ, ਲੇਕਿਨ ਇਹ ਲੋਕ ਮੈਨੂੰ ਇਹ ਬਦਨਾਮ ਕਰ ਰਹੇ ਯਾਰ, ਜਿਹਦੇ ਪਾ ਆਪਣੇ ਇਲੈਕਸ਼ਨ ਲੜਨ ਵਾਸਤੇ ਪੈਸੇ ਨਹੀਂ ਹੈ। ਅਗਲੀ ਵੱਡੀ ਚੁਣਾਵੀ ਖਬਰ ਪੰਜਾਬ ਵਿੱਚ ਹੋਣ ਵਾਲੇ ਸਰਵੇਆਂ ਦੀ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ 10-50 ਦੇ ਕਰੀਬ ਸੀਟਾਂ ਦੇ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਕਾਂਗਰਸ ਨੂੰ ਦੂਜੇ ਨੰਬਰ ਦੀ ਪਾਰਟੀ ਮੰਨ 35 ਤੋਂ 40 ਦੇ ਕਰੀਬ ਸੀਟਾਂ ਦੇ ਦਿੱਤੀਆਂ ਜਾ ਰਹੀਆਂ ਹਨ। ਬੀਜੇਪੀ ਨੂੰ ਬਿਲਕੁਲ ਖਤਮ ਹੀ ਸਮਝਦੇ ਹੋਏ 0 ਤੋਂ 1 ਸੀਟ ਦੇ ਦਿੱਤੀ ਜਾ ਰਹੀ ਹੈ। ਉਸੇ ਤਰ੍ਹਾਂ ਅਕਾਲੀ ਦਲ ਨੂੰ ਵੀ 17 ਤੋਂ 23 ਸੀਟਾਂ ਤੱਕ ਸੀਮਤ ਰੱਖ ਦਿੱਤਾ ਗਿਆ ਹੈ। ਇਹ ਮੌਜੂਦਾ ਚੱਲ ਰਹੇ ਸਰਵੇ ਕਿਸੇ ਵੀ ਤਰ੍ਹਾਂ ਕ੍ਰੈਡੀਬਲ ਨਹੀਂ ਲੱਗਦੇ, ਸਗੋਂ ਇੱਕ ਪਾਰਟੀ ਲਈ ਵਿਸ਼ੇਸ਼ ਹਵਾ ਬਣਾਉਣ ਦਾ ਸਾਧਨ ਲੱਗ ਰਹੇ ਹਨ। ਪੰਜਾਬ ਵਿੱਚ ਜੋ ਆਮ ਰੁਝਾਨ ਚੱਲ ਰਿਹਾ ਹੈ, ਉਸ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਹ ਦੋਵੇਂ ਹੀ 30 ਤੋਂ 35 ਤੱਕ ਦਾ ਅੰਕੜਾ ਛੂਹਣ ਦੀ ਸਮਰੱਥਾ ਰੱਖਦੇ ਹਨ। ਚਾਲੀ ਤੋਂ ਵੱਧ ਸੀਟਾਂ ਤਾਂ ਕਿਸੇ ਵੀ ਦਲ ਨੂੰ ਪ੍ਰਾਪਤ ਹੋਣ ਦੀ ਕੋਈ ਉਮੀਦ ਨਹੀਂ ਹੈ। ਸਭ ਤੋਂ ਵੱਧ
ਸ਼੍ਰੋਮਣੀ ਅਕਾਲੀ ਦਲ ਆਪਣੀਆਂ ਖੋਈਆਂ ਹੋਈਆਂ ਸੀਟਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇਗਾ। ਇਹ ਸਭ ਬੀਜੇਪੀ ਨੂੰ ਅੰਡਰ ਐਸਟੀਮੇਟ ਕਰਕੇ ਚੱਲ ਰਹੇ ਹਨ, ਜਦੋਂ ਕਿ ਬੀਜੇਪੀ ਇਕੱਲੇ ਹੀ ਬਿਨਾਂ ਭਾਈਵਾਲ ਪਾਰਟੀਆਂ ਤੋਂ 15 ਤੋਂ 20 ਸੀਟਾਂ ਤੱਕ ਕਾਬਜ਼ ਹੋ ਸਕਦੀ ਹੈ। ਦੂਜੇ ਨੰਬਰ ਵਿੱਚ ਇਹ ਦੋ ਪਾਰਟੀਆਂ ਹੀ ਆ ਰਹੀਆਂ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਗੱਠਜੋੜ ਹੈ। ਪਹਿਲੇ ਲਈ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ 30 ਤੋਂ 35 ਸੀਟਾਂ ਦਾ ਦਾਅਵਾ ਕਰ ਸਕਦੇ ਹਨ। ਕਿਸਾਨ ਮੋਰਚੇ ਨੂੰ ਆਪਣੀ ਇੱਕ ਅੱਧੀ ਸੀਟ ਲਈ ਸ਼ਾਇਦ ਹੋ ਸਕਦਾ ਹੈ ਕਿ ਕੋਈ ਖੁਸ਼ਖਬਰੀ ਮਿਲੇ। ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਆਪਣੀ 50% ਸੀਟਾਂ ਨੂੰ ਗਵਾ ਬੈਠਦੀ ਹੈ ਜਾਂ ਬਹੁਤ ਜ਼ਿਆਦਾ ਡਾਊਨਫਾਲ ਵੱਲ ਚਲੀ ਜਾਂਦੀ ਹੈ। ਇਹ ਹੀ ਇਸ ਚੁਣਾਵ ਦਾ ਸਭ ਤੋਂ ਰੋਚਕ ਪਹਿਲੂ ਹੋਵੇਗਾ। ਉਂਝ ਕਾਂਗਰਸ ਦੂਜੇ ਨੰਬਰ ਦਾ ਦਾਅਵਾ ਵੀ ਕਰ ਸਕਦੀ ਹੈ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ। ਕਿਸੇ ਵੀ ਪਾਰਟੀ ਦਾ ਸਪਸ਼ਟ ਬਹੁਮਤ ਬਿਲਕੁਲ ਹੀ ਨਹੀਂ ਜਾਪਦਾ ਇਸ ਵਾਰ। ਸਭ ਦੀਆਂ ਆਪਣੀਆਂ ਆਪਣੀਆਂ ਵੋਟਾਂ ਹਨ, ਪਰ ਕਿਸੇ ਨਾਲ ਗੱਠਜੋੜ ਨਾ ਹੋਣ ਕਰਕੇ ਕੋਈ ਵੀ ਸਪਸ਼ਟ ਬਹੁਮਤ ਨਹੀਂ ਪ੍ਰਾਪਤ ਕਰ ਸਕੇਗਾ। ਅੱਗੇ ਸੱਤਾ ਲਈ ਹੋਣ ਵਾਲੀ ਜੋੜ ਤੋੜ ਅਤੇ ਉਸ ਲਈ ਤਲਾਸ਼ੇ ਜਾਣ ਵਾਲੇ ਬਹਾਨੇ ਰਾਜਨੀਤਿਕ ਸ਼ਾਸਤਰ ਦੇ ਵਿਦਿਆਰਥੀਆਂ ਲਈ ਬੜੇ ਹੀ ਸਿੱਖਿਆਦਾਇਕ ਹੋਣਗੇ। ਧੰਨਵਾਦ।